Good morning students, welcome to all. Beta, today we are going to revise book exercise of chapter number 3 of class 5 and the name of the chapter is Managing Windows, Files and Folders. So here we are going to revise book exercise. Tick the correct one. Number 1. A separate viewing area on the computer which displays its contents is called what? Windows, window or rectangular box. ਉਹ ਕਿਹੜਾ ਇੱਕ ਸੈਪਰੇਟ ਇੱਕ ਅਲੱਗ ਵਿਊਇੰਗ ਏਰੀਆ ਆ ਕੰਪਿਊਟਰ ਦੇ ਉੱਤੇ ਜਿਹੜਾ ਇਸ ਦੇ ਕੰਟੈਂਟਸ ਨੂੰ ਵੀ ਡਿਸਪਲੇ ਕਰਦਾ ਆ that will be window. ਠੀਕ ਹੈ, window is a separate viewing area on the computer which displays its contents. Which of the following enlarges a window up to its standard size? ਇਹਨਾਂ ਵਿੱਚੋਂ ਉਹ ਕਿਹੜਾ ਆਪਸ਼ਨ ਹੈ ਜਿਸ ਨੂੰ ਕਲਿੱਕ ਕਰਨ ਤੇ ਵਿੰਡੋ ਦਾ ਸਾਈਜ਼ ਜੋ ਹੈ ਇਨਲਾਰਜ ਹੋ ਜਾਂਦਾ, ਮਤਲਬ ਆਪਣੀ ਸਟੈਂਡਰਡ ਸਾਈਜ਼ ਵਿੱਚ ਆ ਜਾਂਦੀ ਆ। ਮੈਕਸੀਮਾਈਜ਼, ਇਨਲਾਰਜ ਔਰ ਮਿਨੀਮਾਈਜ਼। ਬੇਟਾ ਅਗਰ ਇੱਥੇ ਇਨਲਾਰਜ ਲਿਖਿਆ ਦੈਟ ਡਜ਼ਨਟ ਮੀਨ ਕਿ ਅਸੀਂ ਇੱਥੇ ਇਨਲਾਰਜ ਲਿਖੀਏ। ਸੋ ਵਿੰਡੋ ਦਾ ਜੋ ਸਾਈਜ਼ ਹੈ ਇਨਲਾਰਜ ਹੋ ਜਾਂਦਾ, ਸਾਈਜ਼ ਜੋ ਹੈ ਉਹ ਬਿਗ ਹੋ ਜਾਂਦਾ ਆ। ਠੀਕ ਹੈ, ਇਹਦੇ ਸਟੈਂਡਰਡ ਸਾਈਜ਼ ਤੱਕ। ਮੈਕਸੀਮਾਈਜ਼ option will be the right answer, right? Number 3, cascading windows are also called overlaid windows, overlap windows or overflow windows. Cascade windows basically ਹੁੰਦੀਆਂ ਕੀ ਆ? Cascading windows option ਨੂੰ ਜਦੋਂ ਵੀ ਅਸੀਂ ਚੂਜ਼ ਕਰਦੇ ਹਾਂ, ਜਿੰਨੀਆਂ ਵੀ ਵਿੰਡੋਜ਼ ਅਸੀਂ ਓਪਨ ਕਰੀਆਂ ਹੋਈਆਂ ਹੁੰਦੀਆਂ, ਠੀਕ ਹੈ, ਉਹ ਸਾਰੀਆਂ ਇੱਕ ਦੂਸਰੇ ਉੱਪਰ ਓਵਰਲੈਪ ਹੋ ਜਾਂਦੀਆਂ। ਠੀਕ ਹੈ, ਇੱਕ ਦੂਸਰੇ ਉੱਪਰ ਓਵਰਲੈਪ ਹੋ ਜਾਂਦੀਆਂ ਮੀਨਸ ਇੱਕ ਦੂਸਰੇ ਉੱਤੇ ਪਲੇਸ ਹੋ ਜਾਂਦੀਆਂ ਆ। ਜਸਟ ਉਹਨਾਂ ਦੀਆਂ ਜੋ ਟਾਈਟਲ ਬਾਰਸ ਹੁੰਦੀਆਂ ਆ ਉਹ ਹੀ ਵਿਜ਼ੀਬਲ ਹੁੰਦੀਆਂ, ਸੋ ਦੈਟ ਕਿ ਅਗਰ ਸਾਨੂੰ ਪਤਾ ਚੱਲ ਸਕੇ ਕਿ ਕਿਹੜੀਆਂ ਕਿਹੜੀਆਂ ਵਿੰਡੋਜ਼ ਅਸੀਂ ਓਪਨ ਕੀਤੀਆਂ ਆ, ਰਾਈਟ। ਸੋ ਟਾਈਟਲ ਬਾਰ ਹੀ ਡਿਸਪਲੇ ਹੁੰਦੀਆਂ ਸਾਡੇ ਸਾਹਮਣੇ, ਵਿਜ਼ੀਬਲ ਹੁੰਦੀਆਂ। ਸੋ ਕੈਸਕੇਡਿੰਗ ਵਿੰਡੋਜ਼ ਨੂੰ ਓਵਰਲੇਡ ਵਿੰਡੋਜ਼ ਵੀ ਕਹਿੰਦੇ ਆ। ਓਵਰਲੈਪ ਹੁੰਦੀਆਂ ਉਹ ਇੱਕ ਦੂਸਰੇ ਦੇ ਉੱਪਰ, ਬਟ ਇਹਨਾਂ ਨੂੰ ਓਵਰਲੇਡ ਵਿੰਡੋਜ਼ ਵੀ ਕਹਿੰਦੇ ਆ, ਕੈਸਕੇਡਿੰਗ ਵਿੰਡੋਜ਼ ਨੂੰ, ਰਾਈਟ। Number 4, to open the file explorer, click start file explorer or start all apps file explorer. ਜਦੋਂ ਵੀ ਅਸੀਂ file explorer ਇੱਕ ਟੂਲ ਆ ਜਿਹੜਾ, ਜਦੋਂ ਅਸੀਂ ਇਸ ਨੂੰ ਓਪਨ ਕਰਨਾ ਹੁੰਦਾ ਦੈਨ ਅਸੀਂ ਕਿਹੜੇ ਆਪਸ਼ਨ ਨੂੰ ਚੂਜ਼ ਕਰਦੇ? ਸਭ ਤੋਂ ਪਹਿਲਾਂ ਫਸਟ ਆਫ ਆਲ ਵੀ ਹੈਵ ਟੂ ਕਲਿੱਕ ਸਟਾਰਟ ਬਟਨ। ਓਕੇ, ਸਟਾਰਟ ਦੈਨ file explorer. Next, which of the following can hold files ਐਪਲੀਕੇਸ਼ਨਸ ਐਂਡ ਸਬ ਫੋਲਡਰਸ? ਉਹ ਕਿਹੜਾ ਆਪਸ਼ਨ ਹੈ? ਠੀਕ ਹੈ, ਮਤਲਬ ਕਿ ਉਹ ਕਿਹੜਾ ਆਪਸ਼ਨ ਹੈ ਜਿਸ ਦੇ ਵਿੱਚ ਫਾਈਲਸ ਵੀ ਹੁੰਦੀਆਂ ਆ, ਐਪਲੀਕੇਸ਼ਨਸ ਵੀ ਹੁੰਦੀਆਂ ਆ ਔਰ ਸਬ ਫੋਲਡਰਸ ਮੀਨਸ ਕਿ ਇੱਕ ਫੋਲਡਰ ਦੇ ਅੰਦਰ ਫੋਲਡਰ ਬਣੀ ਹੋਈ ਹੁੰਦੀ, ਰਾਈਟ। ਫੋਲਡਰ ਵਿਲ ਬੀ ਦਾ ਰਾਈਟ ਆਨਸਰ। ਫਾਈਲ ਇੱਕ ਆਈਟਮ ਹੁੰਦੀ ਹੈ, ਠੀਕ ਹੈ, ਜਿਹਦੇ ਵਿੱਚ ਇਨਫੋਰਮੇਸ਼ਨ ਕੰਟੇਨ ਹੁੰਦੀ ਆ, ਬਟ ਫੋਲਡਰ ਕੀ ਆ? ਫੋਲਡਰ ਇੱਕ ਸਿਸਟਮ ਕੰਟੇਨਰ ਆ, ਮੀਨਸ ਕਿ ਜਿਹਦੇ ਵਿੱਚ ਅਸੀਂ ਫਾਈਲਸ ਵਗੈਰਾ ਵੀ ਹੋਲਡ ਕਰ ਸਕਦੇ ਹਾਂ, ਕੰਟੇਨ ਕਰ ਸਕਦੇ ਹਾਂ, ਐਪਲੀਕੇਸ਼ਨਸ ਵੀ ਔਰ ਇੱਕ ਫੋਲਡਰ ਦੇ ਅੰਦਰ ਹੋਰ ਵੀ ਫੋਲਡਰਸ ਬਣਾ ਸਕਦੇ ਹਾਂ, ਉਸਨੂੰ ਅਸੀਂ ਸਬ ਫੋਲਡਰ ਬੋਲਦੇ, ਰਾਈਟ। ਸੋ ਫੋਲਡਰ ਵਿਲ ਬੀ ਦਾ ਰਾਈਟ ਆਨਸਰ। ਨੈਕਸਟ, ਬਲੈਂਕਸ। ਨੰਬਰ 1, ਅ ਡੈਸ਼ ਇਜ਼ ਐਨ ਆਈਟਮ ਦੈਟ ਕੰਟੇਨਸ ਇਨਫੋਰਮੇਸ਼ਨ ਇਨ ਇਟ। ਉਹ ਕਿਹੜੀ ਚੀਜ਼ ਆ ਜਿਹਦੇ ਵਿੱਚ ਅਸੀਂ ਇਨਫੋਰਮੇਸ਼ਨ ਕੰਟੇਨ ਕਰਦੇ ਹਾਂ ਫਾਈਲ ਦੇ ਵਿੱਚ? ਠੀਕ ਹੈ, ਸੋ ਫਾਈਲ ਇਜ਼ ਐਨ ਆਈਟਮ that contains information in it. Number 2, the dash folder holds deleted files and folders. ਉਹ ਕਿਹੜਾ ਫੋਲਡਰ ਹੈ ਜਿਹਦੇ ਵਿੱਚ ਅਸੀਂ ਡਿਲੀਟ ਕੀਤੀਆਂ ਹੋਈਆਂ ਫਾਈਲਸ ਔਰ ਫੋਲਡਰਸ ਕੰਟੇਨ ਕਰ ਸਕਦੇ ਹਾਂ? ਰੀਸਾਈਕਲ ਬਿਨ। ਰੀਸਾਈਕਲ ਬਿਨ ਦੇ ਵਿੱਚ ਇੱਕ ਡਸਟਬਿਨ ਦੀ ਵਾਂਗ ਹੀ ਹੈ, ਠੀਕ ਹੈ, ਇਟਸ ਜਸਟ ਲਾਈਕ ਅ ਡਸਟਬਿਨ ਜਿਹਦੇ ਵਿੱਚ ਅਸੀਂ ਡਿਲੀਟਡ ਫਾਈਲਸ ਔਰ ਫੋਲਡਰਸ ਰੱਖ ਦਿੰਦੇ ਹਾਂ, ਰਾਈਟ। ਸੋ ਦੈਟ ਇਹ ਟੈਂਪਰੇਰੀ ਇਹਦੇ ਵਿੱਚ ਸਟੋਰ ਕਰਦਾ ਆ, ਸੋ ਦੈਟ ਕਿ ਅਗਰ ਸਾਨੂੰ ਕਦੇ ਵੀ ਜ਼ਰੂਰਤ ਪਵੇ ਅਸੀਂ ਉਹਨਾਂ ਨੂੰ ਰਿਕਵਰ ਕਰ ਸਕਦੇ ਉਹਨਾਂ ਵਿੱਚੋਂ, ਠੀਕ ਹੈ, ਰੀਸਟੋਰ ਕਰ ਸਕਦੇ ਹਾਂ। ਨੰਬਰ 3, ਦ ਡੈਸ਼ ਇਜ਼ ਅ ਕੀਬੋਰਡ ਸ਼ਾਰਟਕਟ ਟੂ ਰੀਨੇਮ ਅ ਫਾਈਲ। ਅਗਰ ਅਸੀਂ ਆਪਣੀ ਫਾਈਲ ਨੂੰ ਦੁਬਾਰਾ ਉਹਦਾ ਕੋਈ ਨੇਮ ਦੇਣਾ ਚਾਹੁੰਦੇ ਹਾਂ, ਉਹਦਾ ਨੇਮ ਚੇਂਜ ਕਰਨਾ ਚਾਹੁੰਦੇ ਹਾਂ, ਠੀਕ ਹੈ, ਮਤਲਬ ਉਹਨੂੰ ਰੀਨੇਮ ਕਰਨਾ ਚਾਹੁੰਦੇ ਹਾਂ, ਦੈਨ ਸਾਨੂੰ ਕਿਹੜਾ ਕੀਬੋਰਡ ਸ਼ਾਰਟਕਟ ਯੂਜ਼ ਕਰਨਾ ਪੈਣਾ? F2। ਸੋ F2 ਜੋ ਫੰਕਸ਼ਨ ਕੀ ਹੈ, ਇਹਨੂੰ ਅਸੀਂ ਜਦੋਂ ਅਸੀਂ ਪ੍ਰੈਸ ਕਰਨਾ ਦੈਨ ਅਸੀਂ ਆਪਣੀ ਫਾਈਲ ਨੂੰ ਰੀਨੇਮ ਕਰ ਸਕਦੇ ਹਾਂ, ਰਾਈਟ। ਐਡੀਟੇਬਲ ਹੋ ਜਾਣੀ ਸਾਡੀ ਜੋ ਫਾਈਲ ਦਾ ਨੇਮ ਹੈ। ਨੰਬਰ 4, ਅ ਫੋਲਡਰ ਵਿਦਿਨ ਅ ਫੋਲਡਰ ਇਜ਼ ਕਾਲਡ ਡੈਸ਼। ਇੱਕ ਫੋਲਡਰ ਦੇ ਅੰਦਰ ਜੋ ਫੋਲਡਰ ਬਣਦਾ ਆ ਉਸ ਨੂੰ ਅਸੀਂ ਕੀ ਬੋਲਦੇ ਹਾਂ? ਸਬ ਫੋਲਡਰ, ਰਾਈਟ। ਦ ਡੈਸ਼ ਇਜ਼ ਅ ਕੀਬੋਰਡ ਸ਼ਾਰਟਕਟ ਟੂ ਕਲੋਜ਼ ਅ ਵਿੰਡੋ। ਇੱਕ ਵਿੰਡੋ ਨੂੰ ਕਲੋਜ਼ ਕਰਨਾ ਹੋਵੇ ਦੈਨ ਸਾਨੂੰ ਕਿਹੜਾ ਕੀਬੋਰਡ ਸ਼ਾਰਟਕਟ ਯੂਜ਼ ਕਰਨਾ ਪੈਂਦਾ? Alt plus F4। Alt plus F4 shortcut keyboard shortcut is used to close a window. Next,
State true or false. Number 1, the permanently deleted files cannot be recovered. अगर temporarily delete कीतियां होईयां हुंदियां files वो चलियां जांदियां recycle bin ਦੇ ਵਿੱਚ, but अगर वो ਉੱਥੋਂ ਵੀ remove ਹੋ ਜਾਣ, ਉੱਥੋਂ ਵੀ delete ਹੋ ਜਾਣ, means कि वो permanently delete ਹੋ ਜਾਣ, ਫਿਰ ਅਸੀਂ ਉਹਨਾਂ ਨੂੰ recover नहीं कर सकते, so that is true. Number 2, the move to option allows you to move selected files or folders. बेटा जो move to option ਹੁੰਦਾ ਆ, ਜਦੋਂ ਅਸੀਂ ਇਸ ਨੂੰ ਚੂਜ਼ ਕਰਦੇ ਹਾਂ ਦੈਨ ਜਿੰਨੀਆਂ ਵੀ ਫਾਈਲਸ ਔਰ ਫੋਲਡਰਸ ਅਸੀਂ ਸਿਲੈਕਟ ਕੀਤੇ ਹੋਏ ਹੁੰਦੇ ਅਸੀਂ ਉਹਨਾਂ ਨੂੰ ਇੱਕ ਪਲੇਸ ਤੋਂ ਕਿਸੇ ਦੂਸਰੇ ਪਲੇਸ ਵਿੱਚ ਮੂਵ ਕਰ ਸਕਦੇ ਹਾਂ, ਸੋ ਦੈਟ ਇਜ਼ ਆਲਸੋ ਟਰੂ. ਨੰਬਰ 3, ਅ ਫੋਲਡਰ ਕੈਨ ਕੰਟੇਨ ਓਨਲੀ 2 ਸਬ ਫੋਲਡਰਸ ਐਂਡ ਫਾਈਲਸ. ਕਹਿੰਦੇ ਇੱਕ ਫੋਲਡਰ ਦੇ ਵਿੱਚ ਅਸੀਂ ਸਿਰਫ 2 ਸਬ ਫੋਲਡਰ ਔਰ 2 ਫਾਈਲਸ ਹੀ ਬਣਾ ਸਕਦੇ ਹਾਂ, ਮਤਲਬ ਕਿ ਕੰਟੇਨ ਕਰ ਸਕਦੇ, ਉਹਦੇ ਵਿੱਚ ਹੋਲਡ ਕਰ ਸਕਦੇ ਹਾਂ. ਦੈਟ ਇਜ਼ ਫਾਲਸ. ਅਸੀਂ ਜਿੰਨੇ ਮਰਜ਼ੀ ਫਾਈਲਸ ਫੋਲਡਰਸ ਰੱਖ ਲਈਏ, ਉਹਦੇ ਵਿੱਚ ਕੰਟੇਨ ਕਰ ਲਈਏ. Number 4, a file must has an extension. ਕਹਿੰਦੇ ਇੱਕ ਫਾਈਲ ਦੀ ਐਕਸਟੈਂਸ਼ਨ ਜ਼ਰੂਰ ਹੋਣੀ ਚਾਹੀਦੀ ਆ. that is true. ਕਿਉਂਕਿ ਫਾਈਲ ਦੀ ਐਕਸਟੈਂਸ਼ਨ ਤੋਂ ਪਤਾ ਚੱਲਦਾ ਕਿ ਫਾਈਲ ਕਿਸ ਤਰ੍ਹਾਂ ਦੀ ਫਾਈਲ ਆ. ਮੀਨਸ ਕਿ ਅਗਰ ਅਸੀਂ ਵਰਡ ਫਾਈਲ ਹੈ ਦੈਨ ਉਸ ਦੇ ਪਿੱਛੇ ਫਾਈਲ ਦਾ ਜੋ ਵੀ ਤੁਸੀਂ ਨੇਮ ਦੇਣਾ, ਫਾਈਲ ਦੀ ਐਕਸਟੈਂਸ਼ਨ ਲੱਗ ਜਾਣੀ ਆ .docx, ਮੀਨਸ ਕਿ ਵਰਡ ਦੀ ਫਾਈਲ ਆ. ਇਸ ਤੋਂ ਪਤਾ ਚੱਲ ਜਾਂਦਾ ਕਿ ਕਿਸ ਤਰ੍ਹਾਂ ਦੀ ਫਾਈਲ ਆ. ਅਗਰ ਅਸੀਂ ਪਾਵਰ ਪੁਆਇੰਟ ਦੀ ਫਾਈਲ ਬਣਾਈ ਹੋਈ ਆ ਦੈਨ ਫਾਈਲ ਨੇਮ ਜੋ ਵੀ ਦਿੱਤਾ ਆ ਉਹਦੇ ਪਿੱਛੇ ਐਕਸਟੈਂਸ਼ਨ ਲੱਗ ਜਾਣੀ .ppt. ਔਰ ਅਗਰ ਅਸੀਂ ਐਕਸਲ ਦੇ ਵਿੱਚ ਫਾਈਲ ਬਣਾਉਂਦੇ ਆ ਤਾਂ ਨੇਮ ਦੇ ਪਿੱਛੇ .xl. ਸੋ ਇਹ ਐਕਸਟੈਂਸ਼ਨਸ ਹੁੰਦੀਆਂ ਔਰ ਹਰ ਇੱਕ ਫਾਈਲ ਦੇ ਪਿੱਛੇ ਐਕਸਟੈਂਸ਼ਨ ਜਿਹੜੀ ਹੁੰਦੀ ਆ ਉਹ ਜ਼ਰੂਰ ਹੁੰਦੀ ਹੈ ਲੱਗਦੀ. ਨੰਬਰ 5, ਔਨ ਪ੍ਰੈਸਿੰਗ ਸ਼ਿਫਟ ਕੀ, ਜਦੋਂ ਅਸੀਂ ਸ਼ਿਫਟ ਕੀ ਨੂੰ ਪ੍ਰੈਸ ਕਰਦੇ ਹਾਂ ਯੂ ਕੈਨ ਸਿਲੈਕਟ ਐਡਜਸੈਂਟ ਫੋਲਡਰਸ. ਮੀਨਸ ਕਿ ਜਦੋਂ ਅਸੀਂ ਸ਼ਿਫਟ ਕੀ ਨੂੰ ਪ੍ਰੈਸ ਕਰਦੇ ਹਾਂ ਦੈਨ ਅਸੀਂ ਐਡਜਸੈਂਟ ਫੋਲਡਰਸ ਨੂੰ ਸਿਲੈਕਟ ਕਰ ਸਕਦੇ ਹਾਂ. ਦੈਟ ਇਜ਼ ਟਰੂ. ਐਡਜਸੈਂਟ ਫੋਲਡਰਸ ਹੁੰਦੇ ਜੋ ਨਾਲ ਵਾਲੀ ਫੋਲਡਰਸ ਹੁੰਦੀ ਹੈ. ਲਾਈਕ ਅਗਰ 5 ਫੋਲਡਰਸ ਆ, 1 ਫੋਲਡਰ ਦੇ ਨਾਲ ਹੀ 2 ਵਾਲਾ ਫੋਲਡਰ, 3rd ਫੋਲਡਰ, 4th ਫੋਲਡਰ, 5th ਫੋਲਡਰ, ਮਤਲਬ ਜਿਹੜੇ ਨਾਲ ਵਾਲੇ ਹੁੰਦੇ ਆ ਉਹ ਸਾਰੇ ਐਡਜਸੈਂਟ ਹੁੰਦੇ ਆ. ਅਗਰ ਅਸੀਂ ਵਿੱਚੋਂ ਸਿਲੈਕਟ ਕਰਨੇ ਆ ਮੀਨਸ ਕਿ 1, 3 ਫੋਲਡਰ, 5th ਫੋਲਡਰ, ਸੋ ਅਗਰ ਅਸੀਂ ਇਸ ਤਰ੍ਹਾਂ ਸਿਲੈਕਟ ਕਰਨੇ ਹੋਣ ਦੈਨ ਅਸੀਂ ਉਹਨਾਂ ਨੂੰ ਬੋਲਾਂਗੇ ਨੋਨ ਐਡਜਸੈਂਟ. ਸੋ ਅਗਰ ਸ਼ਿਫਟ ਕੀ ਨੂੰ ਅਸੀਂ ਪ੍ਰੈਸ ਕਰਦੇ ਹਾਂ ਦੈਨ ਅਸੀਂ ਐਡਜਸੈਂਟ ਫੋਲਡਰ ਸਿਲੈਕਟ ਕਰ ਸਕਦੇ ਹਾਂ. ਦੈਟ ਇਜ਼ ਟਰੂ. Next is match the columns. So here are column A and column B. Number 1, control plus shift plus N. ਜਦੋਂ ਅਸੀਂ ਬੇਟਾ ਕੰਟਰੋਲ ਪਲੱਸ ਸ਼ਿਫਟ ਪਲੱਸ ਐਨ ਕੀ ਕੰਬੀਨੇਸ਼ਨ ਪ੍ਰੈਸ ਕਰਦੇ ਹਾਂ ਦੈਨ ਅਸੀਂ ਨਿਊ ਫੋਲਡਰ ਨੂੰ ਕ੍ਰੀਏਟ ਕਰ ਸਕਦੇ ਹਾਂ. ਸੋ ਨਿਊ ਫੋਲਡਰ ਕ੍ਰੀਏਟ ਕਰਨ ਦੇ ਲਈ ਸਾਨੂੰ ਕੰਟਰੋਲ ਪਲੱਸ ਸ਼ਿਫਟ ਪਲੱਸ ਐਨ ਕੀ ਕੰਬੀਨੇਸ਼ਨ ਪ੍ਰੈਸ ਕਰਨਾ ਪੈਂਦਾ ਆ. ਨੰਬਰ 2, ਸ਼ਿਫਟ ਪਲੱਸ ਡਿਲੀਟ. ਸ਼ਿਫਟ ਪਲੱਸ ਡਿਲੀਟ ਜਦੋਂ ਕੀ ਕੰਬੀਨੇਸ਼ਨ ਅਸੀਂ ਪ੍ਰੈਸ ਕਰਨਾ ਦੈਨ ਅਸੀਂ ਜਿਹੜੀਆਂ ਵੀ ਆਈਟਮਸ ਮਤਲਬ ਜਿਹੜੀਆਂ ਵੀ ਫਾਈਲਸ ਅਸੀਂ ਸਿਲੈਕਟ ਕੀਤੀਆਂ ਹੋਈਆਂ ਹੁੰਦੀਆਂ ਉਹਨਾਂ ਨੂੰ ਅਸੀਂ ਪਰਮਾਨੈਂਟਲੀ ਡਿਲੀਟ ਕਰ ਸਕਦੇ ਹਾਂ. ਰਾਈਟ. Alt plus F4, ਜਦੋਂ ਅਸੀਂ Alt plus F4 ਨੂੰ ਪ੍ਰੈਸ ਕਰਨਾ ਆ ਦੈਨ ਅਸੀਂ ਜੋ ਵੀ ਐਪਲੀਕੇਸ਼ਨ ਹੈ ਉਸਨੂੰ ਅਸੀਂ ਕਲੋਜ਼ ਕਰ ਸਕਦੇ ਹਾਂ. ਕੰਟਰੋਲ ਪਲੱਸ C ਨਾਲ ਅਸੀਂ ਆਪਣੀ ਫਾਈਲਸ ਨੂੰ ਠੀਕ ਹੈ ਕੀ ਕਰ ਸਕਦੇ ਹਾਂ, ਕਾਪੀ ਕਰ ਸਕਦੇ ਹਾਂ. ਔਰ ਕੰਟਰੋਲ ਪਲੱਸ X ਦੇ ਨਾਲ ਕੀ ਆ, ਜੋ ਵੀ ਸਾਡੀ ਫਾਈਲ ਹੈ ਅਸੀਂ ਉਸਨੂੰ ਕੱਟ ਕਰ ਸਕਦੇ ਹਾਂ. ਰਾਈਟ. ਥੈਂਕ ਯੂ.